ਲੜੀਵਾਰ ਕਥਾ ਰਾਗ ਸੂਹੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਛੰਤ ਪ੍ਰਾਰੰਭ ਹੋ ਰਹੇ ਨੇ। ਰਾਗ ਸੂਹੀ ਦੇ ਪਾਵਨ ਛੰਤ ਜੋ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼ਬਦਾਂ ਤੋਂ ਆਰੰਭ ਹੁੰਦੇ ਹਨ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਤ ਮਹੱਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ। ਛੰਤ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਔਰ ਪਹਿਲੇ ਘਰ ਸੁਰਤਾਲ ਵਿੱਚ ਇਹਨਾਂ ਪਵਿੱਤਰ ਛੰਤਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਪਰ ਜੋ ਬਨ ਮੈਂ ਮਤ ਪੀੜਾ ਘਰ ਪਾਹੁਣੀ ਬਲਰਾਮ ਜੀਓ। ਕਹਿੰਦੇ ਜੋ ਬੰਦੇ ਨਸ਼ੇ ਦੇ ਵਿੱਚ, ਜਵਾਨੀ ਦੇ ਨਸ਼ੇ ਦੇ ਵਿੱਚ ਮੈਂ ਮੱਤੀ ਹੋਈ ਹਾਂ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੋ ਬੰਦੇ ਨਸ਼ੇ ਵਿੱਚ ਮੱਤੀਆਂ ਹੋਈਆਂ ਜੀਵ ਰੂਪੀ ਇਸਤਰੀਆਂ ਨੂੰ ਹੁਕਮ ਕਰਦਿਆਂ ਕਹਿੰਦੇ ਐ ਜਵਾਨੀ ਦੇ ਨਸ਼ੇ ਵਿੱਚ ਮਸਤ ਹੋਇਓ। ਇਹ ਜਵਾਨੀ ਦਾ ਨਸ਼ਾ ਸਦਾ ਨਹੀਂ ਰਹਿਣਾ। ਕਲਗੀਧਰ ਪਾਤਸ਼ਾਹ ਬਠਿੰਡੇ ਕਿਲੇ ਦੇ ਵਿੱਚ ਬਿਰਾਜਮਾਨ ਨੇ। ਰਾਤ ਦਾ ਸਮਾਂ ਕੁਝ ਵਣਜਾਰੇ ਉਤਰੇ ਹੋਏ ਤੇ ਬਾਹਰਲੇ ਪਾਸੇ ਉਹ ਰਾਤ ਨੂੰ ਗਾ ਰਹੇ ਨੇ। ਕੁਝ ਦੋ ਗਵਈਏ ਸੀ। ਸਤਿਗੁਰੂ ਜੀ ਦੀ ਵੀ ਕਿਲੇ ਦੇ ਵਿੱਚ ਆਰਾਮ ਕਰ ਰਹੇ ਤੇ ਉਹਨਾਂ ਦੇ ਗਾਉਣ ਦੀ ਆਵਾਜ਼ ਮਹਾਰਾਜ ਸੱਚੇ ਪਾਤਸ਼ਾਹ ਸੁਣ ਰਹੇ। ਬੜੇ ਰੀਝ ਕੇ ਗਾਉਂਦੇ ਆ, ਤਾਨਾ ਲਾਉਂਦੇ। ਵਣਜਾਰੇ ਸਨ, ਵਪਾਰ ਕਰਨ ਵਾਲੇ, ਤੇ ਜਿੱਥੇ ਉਤਰਦੇ ਉੱਥੇ ਆਪਣੇ ਮਨੋਰੰਜਨ ਲਈ ਰਾਤ ਨੂੰ ਗਾਉਂਦੇ। ਗਾਉਂਦਿਆਂ ਉਹਨਾਂ ਨੇ ਛੰਦ ਪੜਿਆ। ਸਦਾ ਨਾ ਮਾਪੇ ਨਿਤ ਨਹੀਂ ਜਵਾਨੀ, ਇੱਥੇ ਰਹਿਣਾ ਨਹੀਂ ਗੁਮਾਨੀ। ਕਲਗੀਧਰ ਜੀ ਸੁਣ ਰਹੇ। ਅਗਲਾ ਦਿਨ ਚੜਿਆ ਤੇ ਮਹਾਰਾਜ ਜੀ ਆਖਿਆ ਉਹ ਜਿਹੜੇ ਰਾਤ ਵਣਜਾਰੇ ਗਾਉਂਦੇ ਸੀ ਉਹਨਾਂ ਨੂੰ ਲਿਆਓ ਸਾਡੇ ਪਾਸ। ਸਤਿਗੁਰਾਂ ਦੇ ਸਨਮੁਖ ਆਏ ਤੇ ਥੋੜਾ ਜਿਹਾ ਲਾਜ ਜੀ ਕਰਨ। ਕਹਿੰਦੇ ਜੀ ਅਸੀਂ ਕਦੇ ਸਾਹਮਣੇ ਗਾਇਆ ਨਹੀਂ ਕਿਤੇ। ਉਹ ਤਾਂ ਰਾਤ ਨੂੰ ਮੌਜ ਵਿੱਚ ਅਸੀਂ ਬੈਠੇ ਗਾਉਂਦੇ ਸੀ। ਮਹਾਰਾਜ ਕਹਿੰਦੇ ਤੁਹਾਡੇ ਅੱਗੇ ਪਰਦਾ ਕਰ ਦਿੰਦੇ ਆ, ਤੁਸੀਂ ਸਮਝੋ ਵੀ ਤੁਸੀਂ ਬੈਠੇ। ਪਰਦਾ ਕੀਤਾ ਤੇ ਕਹਿੰਦੇ ਹੁਣ ਗਾਓ। ਉਹਨਾਂ ਫਿਰ ਗਾਇਆ ਪਰ ਰਾਤ ਵਾਲਾ ਰਸ ਨਾ ਬਣਿਆ। ਮਹਾਰਾਜ ਕਹਿੰਦੇ ਦੁਬਾਰਾ ਫਿਰ ਗਾਓ ਤੇ ਫਿਰ ਵੀ ਗੱਲ ਨਾ ਬਣੀ। ਉਸ ਛੰਦ ਵਿੱਚ ਮਹਾਰਾਜ ਜੀ ਨੂੰ ਸਿੰਘਾਂ ਨੇ ਆਖਿਆ ਮਹਾਰਾਜ ਇਹ ਤਾਂ ਕੱਚੇ ਪਿੱਲੇ ਛੰਦ ਨੇ, ਕੱਚੀ ਬਾਣੀ ਹੈ। ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਇਸ ਛੰਤ ਵਿੱਚ ਸਿਧਾਂਤ ਚੰਗਾ ਸੀ, ਵਿਰਾਗ ਸੀ, ਇਸ ਕਰਕੇ ਅਸੀਂ ਦੁਬਾਰਾ ਸੁਣਿਆ। ਕੀਰਤਨ ਗੁਰੂ ਦਰਬਾਰ ਵਿੱਚ ਗੁਰੂ ਕੀ ਬਾਣੀ ਦਾ ਹੀ ਹੋਣਾ ਚਾਹੀਦਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਜਦੋਂ ਢਾਡੀ ਸਿੰਘ ਕਵੀਸ਼ਰੀ ਕਰਦੇ ਨੇ, ਵਾਰਾ ਗਾਇਨ ਕਰਦੇ ਨੇ, ਉਹਦੇ 'ਚ ਸਿਧਾਂਤ ਚੰਗਾ ਹੁੰਦਾ ਨਾ। ਸਦਾ ਨਾ ਮਾਪੇ ਨਿਤ ਨਹੀਂ ਜਵਾਨੀ, ਇੱਥੇ ਰਹਿਣਾ ਨਹੀਂ ਗੁਮਾਨੀ। ਹੈ ਗੁਮਾਨੀਆਂ, ਇੱਥੇ ਤੂੰ ਸਦਾ ਨਹੀਂ ਰਹਿਣਾ। ਇਹ ਜਵਾਨੀ ਸਦਾ ਨਹੀਂ ਰਹਿਣੀ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹੁਕਮ ਕਰਦੇ ਐ ਜੋ ਬੰਦੇ ਨਸ਼ੇ ਵਿੱਚ ਮੱਤੇ ਹੋਇਓ, ਪਈੜ ਘਰ ਪਾਹੁੜੀ ਬਲਰਾਮ ਜੀਓ। ਇਹ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਤੂੰ 4 ਦਿਨਾਂ ਦੀ ਪ੍ਰਾਹੁਣੀ ਹੈ। ਅਖੀਰ ਇੱਥੋਂ ਸਭ ਨੇ ਸਹੁਰੇ ਵੰਜਣਾ ਹੈ। ਇਹ ਸੰਸਾਰ ਦੀ ਖੇਡ ਹੀ ਐਸੀ ਹੈ।
ਸੰਸਾਰ ਰੂਪੀ ਇਸ ਪੇਕੇ ਘਰ ਦੇ ਵਿੱਚ ਕਿਸੇ ਨੇ ਵੀ ਸदैवी ਤੌਰ ਤੇ ਨਹੀਂ ਰਹਿਣਾ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਕਹਿੰਦੇ ਮੈਲੀ ਹੈ ਅਵਗੁਣਾਂ ਨਾਲ ਭਰੀ ਹੋਈ ਚਿੱਤ ਕਰਕੇ ਗੁਰੂ ਤੋਂ ਬਿਨਾਂ ਇਹਦੇ ਹਿਰਦੇ 'ਚ ਗੁਣ ਨਹੀਂ ਸਮਾ ਸਕਦੇ। ਮੈਲੀ ਅਵਗਣ ਚਿੱਤ, ਅਵਗੁਣਾਂ ਨਾਲ ਭਰੀ ਹੋਈ ਚਿੱਤ ਕਰਕੇ ਮੈਲੀ ਮਲਨ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਬਿਨਾਂ ਗੁਰੂ ਤੋਂ ਇਹਦੇ ਹਿਰਦੇ ਵਿੱਚ ਨਹੀਂ ਗੁਣ ਸਮਾ ਸਕਦੇ। ਗੁਣ ਸਾਰ ਨ ਜਾਣੀ ਪਰਮ ਭੁਲਾਣੀ ਜੂਬਨ ਬਾਦ ਗਵਾਇਆ। ਰਾਮ ਤੋਂ ਬਲਿਹਾਰ ਜਾਈਏ ਗੁਣ ਸਾਰ ਨਾ ਜਾਣੀ। ਕਹਿੰਦੇ ਨੇ ਗੁਣਾਂ ਦੀ ਸਾਰ ਨਹੀਂ ਜਾਣੀ, ਭਰਮ 'ਚ ਹੀ ਭੁੱਲੀ ਰਹੀ, ਭੁਲੇਖਿਆਂ ਵਿੱਚ ਹੀ ਪਈ ਰਹੀ, ਅਖੀਰ ਨੂੰ ਆਪਣੀ ਸਾਰੀ ਜਵਾਨੀ ਵਿਅਰਥ ਗਵਾ ਲਈ, ਜੋਬਨ ਬਾਦ ਗਵਾਇਆ। ਜਵਾਨੀ ਨੂੰ ਗੁਰੂ ਕੀ ਮੱਤ ਦੇ ਸੰਚੇ ਵਿੱਚ ਢਾਲ ਜਿਆ ਜਾਵੇ ਤਾਂ ਉਹ ਜਵਾਨੀ ਸਮਾਜ ਲਈ ਉਸਾਰੂ ਹੁੰਦੀ ਹੈ। ਜਿਹੜੀ ਜਵਾਨੀ ਗੁਰੂ ਕੀ ਮੱਤ ਤੋਂ ਬਾਹਰੀ ਹੋ ਕੇ ਸੰਸਾਰ ਵਿੱਚ ਬੀਤਦੀ ਹੈ ਉਹ ਜਵਾਨੀ ਸਮਾਜ ਲਈ ਘਾਤਕ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜਵਾਨੀ ਦੇ ਨਸ਼ੇ ਵਿੱਚ ਮੱਤਿਆਂ ਹੋਇਆਂ ਨੇ ਹੋਰ ਅਨੇਕਾਂ ਨਸ਼ਿਆਂ ਵਿੱਚ ਆਪਣੀ ਜਵਾਨੀ ਰੋੜ ਲਈ ਔਰ ਆਪਣੀ ਜਵਾਨੀ ਨੂੰ ਭਰਮ ਤੇ ਭੁਲੇਖਿਆਂ ਦੇ ਵਿੱਚ ਹੀ ਬਤੀਤ ਕਰ ਦਿੱਤਾ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨ ਪਾਇਆ। ਨਿਰੰਕਾਰ ਵਾਹਿਗੁਰੂ ਪਤੀ ਪਰਮੇਸ਼ਰ ਦੇ ਵਰ ਘਰ ਦੇ ਦਰ ਦਰਸ਼ਨਾਂ ਨੂੰ ਨਹੀਂ ਜਾਣਿਆ ਔਰ ਨਾ ਇਹਨੂੰ ਰੱਬ ਦਾ ਗਿਆਨ ਚੰਗਾ ਲੱਗਦਾ। ਜਵਾਨੀ ਦੇ ਨਸ਼ੇ ਵਿੱਚ ਇਹਨੂੰ ਕਿੱਥੇ ਗਿਆਨ ਦੀਆਂ ਗੱਲਾਂ ਚੰਗੀਆਂ ਲੱਗਦੀਆਂ, ਕਿੱਥੇ ਬਹਿ ਕੇ ਸੁਣਦਾ। ਕੋਈ ਵਿਰਲਾ ਹੀ ਹੈ ਜਿਹੜਾ ਉਸ ਭਰ ਜਵਾਨੀ ਦੀ ਅਵਸਥਾ ਵਿੱਚ ਸਾਹਿਬ ਦੀ ਸੇਵਾ ਸਿਮਰਨ ਵਿੱਚ ਆਪਣੀ ਜਵਾਨੀ ਨੂੰ ਸਵਾਰਨ ਦਾ ਯਤਨ ਕਰਦਾ ਹੈ। ਜਿਹੜੇ ਨਸ਼ੇ ਵਿੱਚ ਹੀ ਮੱਤੇ ਹੋਏ ਨੇ, ਹੰਕਾਰ ਵਿੱਚ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਆਪਣੇ ਪਿਰ ਦਾ ਪਤੀ ਪਰਮੇਸ਼ਰ ਦਾ ਗਿਆਨ ਨਹੀਂ ਭਾਉਂਦਾ, ਚੰਗਾ ਨਹੀਂ ਲੱਗਦਾ। ਸਾਤ ਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ। ਸਤਿਗੁਰਾਂ ਨੂੰ ਪੁੱਛ ਕੇ ਉਹ ਸਤਿਗੁਰਾਂ ਦੇ ਦੱਸੇ ਰਾਹ ਤੇ ਨਹੀਂ ਚੱਲੀ ਔਰ ਸੁੱਤਿਆਂ ਹੀ ਗਫਲਤ ਦੀ ਨੀਂਦ ਵਿੱਚ ਆਪਣੀ ਸਾਰੀ ਜ਼ਿੰਦਗੀ ਰੂਪੀ ਰਹਿਣ ਬਤੀਤ ਕਰ ਦਿੱਤੀ। ਨਾਨਕ ਬਾਲ ਤਨ ਰਾਂਡੇ ਪਾ ਬਿਨ ਪਿਰ ਧਨ ਕੁਮਲਾਣੀ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਬਾਲ ਤਨ ਤੋਂ ਮਤਲਬ ਹੈ ਵੀ ਮੁੱਢ ਤੋਂ ਹੀ, ਜਨਮ ਤੋਂ ਹੀ ਕਹਿੰਦੇ ਫਿਰ ਉਹ ਰੰਡੇਪਾ ਕੱਟਦੀਆਂ ਨੇ ਉਹ ਜੀਵ ਰੂਪੀ ਇਸਤਰੀਆਂ, ਯਾਨੀ ਕਿ ਵਿਛੜੀਆਂ ਰਹਿੰਦੀਆਂ ਪਰਮੇਸ਼ਰ ਤੋਂ। ਬਿਨਾਂ ਪਿਰ ਵਾਹਿਗੁਰੂ ਪਰਮੇਸ਼ਰ ਤੋਂ ਉਹ ਧਨ ਜੀਵ ਰੂਪੀ ਇਸਤਰੀਆਂ, ਧਨ ਦਾ ਇੱਥੇ ਮਤਲਬ ਹੈ ਇਸਤਰੀ, ਉਹ ਜੀਵ ਰੂਪੀ ਇਸਤਰੀਆਂ ਕੁਮਲਾਣੀਆਂ ਭਾਵ ਦੁਖੀ ਰਹਿੰਦੀਆਂ ਹਨ। ਦੁੱਖ ਵਿੱਚ ਹੀ ਉਹਨਾਂ ਦਾ ਜੀਵਨ ਬਸਰ ਹੋ ਜਾਂਦਾ ਹੈ। ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ। ਇਹ ਰਾਮ ਜੀ ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਹੇ ਮੇਰੇ ਬਾਬਾ ਮੈਨੂੰ ਇਹ ਵਰ ਦੇ ਕਿ ਮੈਨੂੰ ਹਰੀ ਵਰ ਚੰਗਾ ਲੱਗਣ ਲੱਗ ਪਵੇ। ਮੈਨੂੰ ਇਹ ਵਰਦਾਨ ਦਿਓ ਮਹਾਰਾਜ ਕਿ ਮੈਨੂੰ ਮੇਰਾ ਵਰ ਭਾਵਣ ਲੱਗ ਪਵੇ, ਮੈਨੂੰ ਮੇਰਾ ਵਰ ਪਤੀ ਪਰਮੇਸ਼ਰ ਚੰਗਾ ਲੱਗਣ ਲੱਗ ਪਵੇ। ਰਵ ਰਹਾ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ। ਕਹਿੰਦੇ ਜਿਹੜਾ ਚੌ ਜੁਗਾਂ ਵਾਲੇ ਸੰਸਾਰ ਦੇ ਵਿੱਚ ਰਮਿਆ ਹੋਇਆ, ਤਿੰਨਾਂ ਭਵਨਾਂ ਦੀ ਇਹ ਬਣਾਵਟ ਉਸ ਪਰਮੇਸ਼ਰ ਦੀ ਬਣਾਈ ਹੋਈ ਹੈ। ਉਸ ਰਾਮ ਤੋਂ ਬਲਿਹਾਰ ਜਾਈਏ ਜਿਹਨੇ ਤਿੰਨਾਂ ਭਵਨਾਂ ਦੀ ਰਚਨਾ ਕੀਤੀ ਹੈ। ਤ੍ਰਿਭਵਨ ਕੰਤ ਰਵੈ ਸੁਹਾਗਣ ਅਵਗਣਵੰਤੀ ਦੂਰੇ। ਤਿੰਨਾਂ ਭਵਨਾਂ ਦੇ ਕੰਤ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਸੁਹਾਗਣਾ ਰਾਵਦੀਆਂ ਨੇ, ਜਿਹੜੇ ਉਹਨੂੰ ਮਿਲੇ ਹੋਏ ਆ ਸਤਿਪੁਰਸ਼ ਮਹਾਂਪੁਰਸ਼, ਉਹੀ ਉਹਨੂੰ ਰਾਵਦੇ ਨੇ। ਜਿਹੜੀਆਂ ਅਵਗਣਵੰਤੀਆਂ ਨੇ, ਅਵਗੁਣਾ ਵਾਲੀਆਂ ਨੇ, ਉਹ ਫਿਰ ਉਹਦੇ ਤੋਂ ਵਿਛੜ ਕੇ ਝੁਰ ਝੋਰੀ ਮਰਦੀਆਂ ਹਨ। ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰ ਪੂਰੇ। ਜੇ ਕਿਸੇ ਦੀ ਆਸਾ ਹੁੰਦੀ ਮਨਸਾ ਉਦਾਂ ਦੀ ਬਣਦੀ ਚਲੀ ਜਾਂਦੀ ਹੈ। ਔਰ ਭਾਈ ਇਹ ਗੱਲ ਜਾਣ ਲਓ
ਕਿ ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤਿੰਨਾਂ ਭਵਨਾਂ ਦੇ ਵਿੱਚ ਪਰਿਪੂਰਨ ਹੈ। ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨ ਮੈਲੈ ਵੇਸੇ। ਜਿਹੜੀਆਂ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੀਆਂ ਇਸਤਰੀਆਂ ਬਣ ਗਈਆਂ, ਹਰੀ ਦੀਆਂ ਨਾਰਾਂ ਹੋ ਗਈਆਂ, ਭਾਵ ਉਸ ਰੱਬ ਨੂੰ ਮਿਲ ਕੇ ਉਹਦੇ ਚ ਭੇਦ ਹੋ ਗਈਆਂ, ਉਹ ਨਾ ਕਦੇ ਰਾਂਡ ਤੋਂ ਭਾਵ ਵਿਧਵਾ ਨਹੀਂ ਹੁੰਦੀਆਂ, ਕਿਉਂਕਿ ਉਹਨਾਂ ਦਾ ਪਤੀ ਪਰਮੇਸ਼ਰ ਕਦੇ ਮਰਦਾ ਨਹੀਂ ਹੈ। ਨਾ ਉਹਨਾਂ ਦਾ ਅੰਤਸ਼ਕਰਨ ਦਾ ਵੇਸ ਮੈਲਾ ਮਲੀਨ ਹੁੰਦਾ, ਕਿਉਂਕਿ ਉਹ ਨਿਰੰਕਾਰ ਦਾ ਹੀ ਰੂਪ ਹੋ ਗਈਆਂ, ਤੇ ਨਿਰੰਕਾਰ ਕਦੇ ਮੈਲਾ ਹੋ ਹੀ ਨਹੀਂ ਸਕਦਾ। ਹਾਂਜੀ, ਨਾਨਕ ਮੈਂ ਵਰ ਸਾਚਾ ਭਾਵੈ, ਜੁਗ ਜੁਗ ਪ੍ਰੀਤਮ ਤੈਸੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਮੈਨੂੰ ਮੇਰਾ ਸੱਚਾ ਪਿਰ ਭਾਉਂਦਾ ਹੈ, ਮੇਰਾ ਜੁਗਾਂ ਜੁਗਾਂ ਤੋਂ ਪਿਆਰਾ ਪ੍ਰੀਤਮ ਇੱਕੋ ਜਿਹਾ ਹੀ ਹੈ। ਐਸਾ ਨਹੀਂ ਵੀ ਉਹ ਪਹਿਲਾਂ ਹੋਰ ਸੀ ਤੇ ਹੁਣ ਹੋਰ ਹੈ, ਅੱਜ ਤੋਂ ਜੁਗਾਂ ਪਹਿਲਾਂ ਜਿਹੋ ਜਿਹਾ ਸੀ ਅੱਜ ਵੀ ਉਹ ਉਸੇ ਤਰ੍ਹਾਂ ਦਾ ਹੀ ਹੈ। ਬਾਬਾ ਲਗਨ ਗਣਾਏ ਹਮ ਪੀਵਈਆਂ, ਸਹੁਰੈ ਬਲਰਾਮ ਜੀਓ। ਇਹ ਬਾਬਾ ਇਹ ਲਗਨ ਗਣਾ ਦਿੱਤਾ ਹੈ, ਇਹ ਲਗਨ ਗਿਣਿਆ ਗਿਆ ਨਾ, ਗਿਣਿਆ ਗਿਆ ਹੈ ਲਗਨ ਦਿਨ ਥਿਤ ਰੱਖ ਦਿੱਤੀ ਗਈ ਹੈ, ਜਿਸ ਦਿਨ ਹੰਬੀ ਬੰਝਾਂ ਸਹੁਰਾ। ਮੈਂ ਵੀ ਇਹ ਸੰਸਾਰ ਰੂਪੀ ਪੇਕੇ ਘਰ ਦੇ ਵਿੱਚੋਂ ਸਹੁਰੇ ਘਰ ਜਾਣਾ, ਪਰਲੋਕ ਗਮਨ ਕਰਨਾ। ਉਹ ਲਗਨ ਮੇਰੇ ਰਾਮ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਗਣਾ ਦਿੱਤਾ ਹੈ। ਸਾਹਾ ਹੁਕਮ ਰਜ਼ਾਏ ਸੋ ਨਾ ਟਲੈ। ਜਿਹੜਾ ਸਾਹੇ ਦਾ ਹੁਕਮ ਪਰਮੇਸ਼ਰ ਨੇ ਰਚ ਦਿੱਤਾ ਨਾ, ਵੀ ਆਹ ਤਿੱਥ ਸਾਹੇ ਦੀ ਆ ਭਾਈ, ਯਾਨੀ ਕਿ ਇਸ ਦਿਨ ਨੂੰ ਤੂੰ ਇਹ ਸਰੀਰ ਛੱਡ ਕੇ ਪਰਲੋਕ ਨੂੰ ਆਉਣਾ, ਕਹਿੰਦੇ ਉਹ ਹੁਕਮ ਨਹੀਂ ਟਲਦਾ। ਜੋ ਪ੍ਰਭ ਕਰੈ ਬਲਰਾਮ ਜੀਓ। ਰਾਮ ਤੋਂ ਬਲਿਹਾਰ ਜਾਈਏ, ਜਿਹੜੀ ਸਾਹੇ ਦੀ ਤਰੀਕ ਉਹਨੇ ਮਿਥ ਦਿੱਤੀ ਆ ਉਹ ਨਹੀਂ ਟਲ ਸਕਦੀ। ਪਾਤਸ਼ਾਹ ਕਹਿੰਦੇ ਉਹਨੂੰ ਕੋਈ ਨਹੀਂ ਟਾਲ ਸਕਦਾ। ਕਿਰਤ ਪਿਆ ਕਰਤੈ ਕਰ ਪਾਇਆ, ਮੇਟ ਨ ਸਕੈ ਕੋਈ। ਇਹਦੇ ਕੀਤੇ ਹੋਏ ਕਰਮਾਂ ਮੁਤਾਬਕ ਪਰਮੇਸ਼ਰ ਨੇ ਦੇ ਲੇਖ ਪਾਏ ਨੇ ਨਾ, ਵਾਹਿਗੁਰੂ ਨੇ ਵੀ ਉਹੀ ਲੇਖ ਪਾਏ ਜੋ ਇਹਨੇ ਕੀਤੇ ਨੇ। ਕੀਤੇ ਕਰਮਾਂ ਮੁਤਾਬਕ ਜੋ ਕਰਤੇ ਨੇ, ਇਹਦੇ ਮੱਥੇ ਤੇ ਲੇਖ ਪਾਏ ਨੇ, ਉਹਨਾਂ ਲੇਖਾਂ ਨੂੰ ਕੋਈ ਨਹੀਂ ਮੇਟ ਸਕਦਾ। ਗਿਆਨੀ ਨਾਉ ਨਰੈ ਨਹਿ ਕੇਵਲ, ਰਵ ਰਿਹਾ ਤਿਹ ਲੋਈ। ਏ ਵਾਹਿਗੁਰੂ, ਜਦੋਂ ਤੂੰ ਆਵੇਂ ਮੈਨੂੰ ਪ੍ਰਣਾਉਣ ਵਾਸਤੇ, ਤੇ ਤੇਰੇ ਨਾਲ ਜਾਂਜੀ ਆਵੇ ਤੇਰਾ ਅੰਮ੍ਰਿਤ ਨਾਮ, ਤੇਰਾ ਨਾਮ ਜਾਂਜੀ ਬਣ ਕੇ ਆਵੇ, ਨਾਲ ਬਰਾਤ ਚੜ ਕੇ ਆਵੇ, ਤੇਰੇ ਅੰਮ੍ਰਿਤ ਨਾਮ ਦੀ ਗੂੰਜਾਂ ਪੈਣ ਚਾਰੇ ਪਾਸਿਓਂ ਨਾਮ ਦੀਆਂ, ਜਿਹੜੀ ਨਰਾਂ ਨੂੰ ਨਿਹ ਕੇਵਲ ਸੰਸਾਰ ਤੋਂ ਨਿਰਾਲਾ ਕਰਨ ਵਾਲੇ, ਜੋ ਤਿੰਨਾਂ ਲੋਕਾਂ ਦੇ ਵਿੱਚ ਰਮਿਆ ਹੋਇਆ। ਮਾਏ ਨਿਰਾਸੀ ਰੋਏ ਵਿਛੁੰਨੀ, ਬਾਲੀ ਬਾਲਾ ਹੀਤੇ। ਜਦੋਂ ਮੇਰਾ ਉਸ ਪਤੀ ਪਰਮੇਸ਼ਰ ਦੇ ਨਾਲ ਵਿਆਹ ਹੋਇਆ ਨਾ, ਮਿਲਾਪ ਹੋਇਆ, ਤੇ ਪਿੱਛੋਂ ਮੇਰੀ ਮਾਂ ਬੜੀ ਰੋਈ। ਕਿਹੜੀ ਮਾਂ? ਮਾਇਆ। ਮਾਇਆ ਰੂਪੀ ਮਾਂ ਬੜੀ ਰੋਈ ਵੀ ਮੇਰੀ ਧੀ ਚੱਲੀ ਆ ਮੈਨੂੰ ਛੱਡ ਕੇ। ਮਾਏ ਨਿਰਾਸੀ ਰੋਏ ਵਿਛੁੰਨੀ, ਕਹਿੰਦੇ ਉਹ ਰੋਂਦੀ ਹੈ ਵਿਛੜ ਕੇ, ਯਾਨੀ ਕਿ ਹੁਣ ਮਾਇਆ ਦਾ ਇਹਦੇ ਤੇ ਜ਼ੋਰ ਨਹੀਂ ਚੱਲਦਾ, ਜਿਹੜੀ ਉਸ ਪਤੀ ਦੇ ਲੜ ਲੱਗ ਗਈ। ਬਾਲੀ ਬਾਲਾ ਹੇਤੇ, ਜਿਹਦਾ ਪਹਿਲਾਂ ਬਾਲੀ ਦਾ ਬਾਲ ਆਪਣੇ ਪਿਤਾ ਨਾਲ ਹੇਤ ਸੀ ਨਾ, ਮਾਈ ਨਾਲ ਹੇਤ ਸੀ, ਕਹਿੰਦੇ ਉਹ ਹੇਤ ਹੁਣ ਪਤੀ ਨਾਲ ਜਾ ਜੁੜਿਆ। ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰ ਚਰਣੀ ਪ੍ਰਭ ਚੇਤੇ। ਸਤਿਗੁਰਾਂ ਦੇ ਸੱਚੇ ਸ਼ਬਦ ਦੁਆਰਾ ਸੁਖ ਮਹਿਲ ਦੀ ਪ੍ਰਾਪਤੀ ਹੋਈ, ਗੁਰੂ ਚਰਨਾਂ ਦੇ ਦੁਆਰਾ ਪ੍ਰਭੂ ਨੂੰ ਉਹ ਜੀਵ ਰੂਪੀ ਇਸਤਰੀਆਂ ਚੇਤਦੀਆਂ ਹਨ। ਬਾਬੁਲ ਦਿੱਤੜੀ ਦੂਰ, ਨਾ ਆਵੇ ਘਰ ਪਈਐ ਬਲਰਾਮ ਜੀਓ। ਮੇਰਾ ਬਾਬੁਲ ਕੌਣ ਹੈ? ਮੇਰਾ ਬਾਬੁਲ ਮੇਰਾ ਗੁਰੂ ਹੈ। ਮੇਰੇ ਗੁਰੂ ਰੂਪੀ ਬਾਬੁਲ ਨੇ ਮੈਨੂੰ ਇੰਨੀ ਦੂਰ ਵਿਆਹ ਦਿੱਤਾ, ਆਹ ਪਤੀ ਪਰਮੇਸ਼ਰ ਦੇ ਲੜ ਲਾ ਦਿੱਤਾ ਮੈਨੂੰ, ਮੇਰੇ ਗੁਰੂ ਨੇ ਇੰਨੀ ਦੂਰ ਵਿਆਹ ਦਿੱਤਾ ਵੀ ਹੁਣ ਮੈਨੂੰ ਮੁੜ ਕੇ ਇਸ ਪੇਕੇ ਘਰ ਵਿੱਚ ਨਹੀਂ ਆਉਣਾ ਪੈਣਾ, ਯਾਨੀ ਕਿ ਜੰਮਣਾ ਮਰਨਾ ਨਹੀਂ ਪੈਣਾ। ਇੰਨੀ ਦੂਰ ਵਿਆਹ ਦਿੱਤਾ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਰੇ ਬਾਬਲ ਪਿਤਾ ਗੁਰੂ ਨੇ ਮਿਲਾ ਦਿੱਤਾ ਹੈ। ਰਹਿਸੀ ਵੇਖ ਹਦੂਰ,
ਪਿਰ ਰਾਵੀ ਕਰ ਸੋਹੀਐ ਬਲਰਾਮ ਜੀਓ। ਮੈਂ ਆਪਣੇ ਪਿਰ ਨੂੰ ਆਪਣੇ ਸਾਹਮਣੇ ਵੇਖ ਕੇ ਰਹਿਸੀ ਆਨੰਦ ਚ ਰਹਿਨੀ ਆ ਔਰ ਆਪਣੇ ਪਿਰ ਨੂੰ ਰਾਵਦੀ ਆ, ਉਹਦੇ ਘਰ ਦੇ ਵਿੱਚ ਸੋਭਦੀਆਂ, ਮੈਂ ਉਸ ਰਾਮ ਤੋਂ ਬਲਿਹਾਰ ਜਾਵਾਂ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ। ਮੈਂ ਸੱਚੇ ਪਿਰ ਨੂੰ ਚਾਹੁੰਦੀ ਸਾਂ ਤੇ ਮੈਨੂੰ ਮੇਰੇ ਪਿਆਰੇ ਪ੍ਰੀਤਮ ਨੇ ਆਪਣੇ ਨਾਲ ਜੋੜ ਲਿਆ। ਜਿਹੜੀਆਂ ਜੁੜ ਗਈਆਂ ਉਹਨਾਂ ਦੀ ਮਤ ਪੂਰੀ ਹੈ, ਉਹ ਪ੍ਰਧਾਨ ਹਨ, ਮੁਖੀ ਹਨ। ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ। ਸੰਜੋਗਾਂ ਨਾਲ ਮੇਲਾ ਹੋ ਗਿਆ, ਜਿਹੜੇ ਮਿਲ ਗਏ ਉਹਨਾਂ ਨੇ ਆਪਣੇ ਇਸ ਸਰੀਰ ਰੂਪੀ ਥਾਨ ਨੂੰ ਵੀ ਸੁਹੇਲਾ ਕਰ ਲਿਆ। ਉਹ ਗੁਣਾਂ ਵਾਲੀਆਂ ਹਨ ਜਿਨ੍ਹਾਂ ਨੇ ਗੁਰੂ ਕੇ ਗਿਆਨ ਨੂੰ ਧਾਰਨ ਕੀਤਾ ਹੈ। ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਪਿਰ ਪਾਏ। ਸਤ ਸੰਤੋਖ ਸੱਚ ਆਦਿਕ ਸ਼ੁਭ ਗੁਣ ਉਹਨਾਂ ਦੇ ਪੱਲੇ ਪੈ ਜਾਂਦੇ ਹਨ ਔਰ ਉਹ ਸੱਚੇ ਪਿਰ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦੇ ਹਨ। ਨਾਨਕ ਵਿਛੜ ਨਾ ਦੁਖ ਪਾਏ ਗੁਰਮਤਿ ਅੰਕ ਸਮਾਏ। ਗੁਰੂ ਦੀ ਮਤ ਦੁਆਰਾ ਜਿਹੜੇ ਪਰਮੇਸ਼ਰ ਦੀ ਗੋਦ 'ਚ ਜਾ ਸਮਾਏ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਉਹ ਵਾਹਿਗੁਰੂ ਤੋਂ ਵਿਛੜ ਕੇ ਦੁੱਖ ਨਹੀਂ ਪਾਉਂਦੇ। ਉਹ ਵਾਹਿਗੁਰੂ ਪਰਮੇਸ਼ਰ ਦੀ ਗੋਦ ਵਿੱਚ ਮਿਲੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਨ ਇਹ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।